हाँ जी, good morning students. Today we will discuss about spherical refracting surfaces. हाँ जी, spherical refracting this is देखो सब तो पहली गल ਜਿਹੜੇ ਆਪਣੇ ਕੋਲ ਲੈਂजेस ਹੁੰਦੇ ਆ ਉਹ ਦੋ ਤਰ੍ਹਾਂ ਦੇ ਹੁੰਦੇ। ਪਹਿਲਾਂ ਤਾਂ ਇਹ ਗੱਲ ਸਮਝੋ, ਇੱਕ ਤਾਂ ਕਨਵੈਕਸ, ਇੱਕ ਕਨਕੇਵ। ਇਹ ਤੁਹਾਨੂੰ ਪਤਾ ਹੀ ਆਪਾਂ 10th ਦੇ ਵਿੱਚ ਕਰਦੇ ਆ ਰਹੇ ਹਾਂ ਵੀ ਦੋ ਤਰ੍ਹਾਂ ਦੇ ਲੈਂजेस ਹੁੰਦੇ ਆ। one is convex and another one is concave। ਤਾਂ ਦੋ ਤਰ੍ਹਾਂ ਦੀ ਹੀ ਰਿਫਰੈਕਟਿਵ ਸਰਫੇਸਿਸ ਹੋਣਗੀਆਂ। one is convex spherical refracting surfaces and another one is concave spherical refracting surfaces। ਸਭ ਤੋਂ ਪਹਿਲੀ ਤਾਂ ਗੱਲ ਇਹ ਸਮਝੋ ਵੀ ਜਿਹੜਾ spherical refracting surfaces ਹੁੰਦਾ ਉਹ ਕੀ ਹੁੰਦਾ। A refracting surface which forms a part of sphere of transparent refracting material is known as spherical refracting surfaces। मतलब एक sphere ਦਾ ਕਿਹੜਾ part refract ਹੋ ਗਿਆ ਉਹਨੂੰ ਆਪਾਂ ਬੋਲਦੇ ਹਾਂ spherical refracting surfaces। ਵੀ ਉਹਦੇ ਵਿੱਚੋਂ ਕੁਝ ਸਰਫੇਸ ਰਿਫਰੈਕਟ ਹੋਊਗੀ ਨਾ, ਟੋਟਲੀ ਤੋਂ ਬਿਨਾਂ ਕੁਝ ਸਰਫੇਸਿਸ ਰਿਫਰੈਕਟ ਹੋ ਰਹੀ ਆ, ਤਾਂ ਉਹਨੂੰ ਆਪਾਂ ਬੋਲਦੇ ਆ spherical refracting surface। ਕਨਵੈਕਸ ਹੁਣ ਤੁਹਾਨੂੰ ਮੈਂ ਦੱਸਿਆ ਵੀ ਦੋ ਤਰ੍ਹਾਂ ਦੀ, ਇੱਕ ਤਾਂ ਕਨਵੈਕਸ, ਇੱਕ ਕਨਕੇਵ, ਹੈ ਨਾ। ਕਨਵੈਕਸ ਰਿਫਰੈਕਟਿੰਗ ਸਰਫੇਸਿਸ which is convex towards rear medium side, this is known as rear medium। air medium ਤੁਹਾਨੂੰ ਦੱਸਿਆ ਹੋਇਆ ਆ ਕੀ ਹੈ, ਡੈਂਸਰ ਮੀਡੀਅਮ। ਜਿਹੜਾ ਕੀ ਹੋਊਗਾ ਕਨਵੈਕਸ ਟੂਵਰਡਸ ਦਾ, ਦੇਖੋ ਐ ਹੁੰਦਾ ਨਾ ਆਪਣੇ ਕੋਲ, ਤਾਂ ਆਹ ਕਨਵੈਕਸ ਟੂਵਰਡਸ ਦਾ ਰੇਅਰ ਮੀਡੀਅਮ, ਰੇਅਰ ਮੀਡੀਅਮ ਵੱਲ ਕੀ ਹੋਊਗਾ ਉਹ ਰਿਫਰੈਕਟ ਹੋਊਗਾ, ਉਹਨੂੰ ਆਪਾਂ ਬੋਲਦੇ ਆ ਕਨਵੈਕਸ ਰਿਫਰੈਕਟਿੰਗ ਸਰਫੇਸਿਸ। ਐਂਡ ਜਿਹੜਾ ਆਪਣੇ ਕੋਲ ਕਨਕੇਵ, ਆ ਦੇਖੋ ਕਨਕੇਵ ਕਿਹਦੇ ਵੱਲ ਹੋਇਆ, ਇਹ ਵੀ ਰੇਅਰ ਵੱਲ ਹੋਇਆ, ਅਤੇ ਇਹਦਾ ਐਵੇਂ ਹੁੰਦੀ ਹੈ ਨਾ, ਐਵੇਂ। ਅਤੇ ਆਹ ਵਾਲੀ ਚੀਜ਼ ਜਿਹੜੀ ਹੈਗੀ ਹੈ ਰਿਫਰੈਕਟ ਹੋਇਆ ਕਿਹਦੇ ਵੱਲ, ਰੇਅਰ ਮੀਡੀਅਮ ਵੱਲ, ਤਾਂ ਉਹਨੂੰ ਬੋਲਦੇ ਨੇ ਕਨਕੇਵ ਸਫੈਰੀਕਲ ਰਿਫਰੈਕਟਿੰਗ ਸਰਫੇਸਿਸ। ਓਕੇ, ਇੱਕ ਹੁੰਦਾ ਇਹਦੇ ਵਿੱਚ ਪੋਲ, ਜਿਹੜਾ ਸੈਂਟਰ 'ਤੇ ਆ ਦੇਖੋ, ਆ ਜਿਹੜਾ ਸੈਂਟਰ ਵਾਲਾ ਪੁਆਇੰਟ ਆ ਇਹਨੂੰ ਆਪਾਂ ਬੋਲਦੇ ਨੇ ਪ੍ਰਿੰਸੀਪਲ ਐਕਸਿਸ, ਹੈ ਨਾ। 10th ਦੇ ਵਿੱਚ ਵੀ ਆਪਾਂ ਕਰਦੇ ਸੀ, ਇਹਨੂੰ ਪ੍ਰਿੰਸੀਪਲ ਐਕਸਿਸ ਬੋਲਦੇ, ਅਤੇ ਸੈਂਟਰ ਵਾਲੇ ਪੁਆਇੰਟ ਨੂੰ ਆਪਾਂ ਕੀ ਬੋਲਦੇ ਹਾਂ, ਪੋਲ। of a spherical refracting surfaces is the midpoint or center of the surfaces, center of the curvature, this is known as center of curvature। a center of curvature है, it is a center of sphere of which this surface is a part, radius of sphere of which spherical refracting surfaces is a part of is known as radius of surface। मतलब आ ਜਿਹੜੀ ਮਤਲਬ ਜਿਹੜਾ ਰੇਡੀਅਸ ਆਫ ਕਰਵੇਚਰ, ਇਹਦੇ ਵਿੱਚੋਂ ਹੀ ਆਪਾਂ ਰੇਡੀਅਸ ਆਫ ਸਫੇਅਰ, ਮਤਲਬ ਆਹ ਰੇਡੀਅਸ ਆਫ ਸਫੇਅਰ ਵੀ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਦਿਸ ਇਜ਼ ਨੋਨ ਐਜ਼ ਸੈਂਟਰ ਆਫ ਕਰਵੇਚਰ, ਦਿਸ ਇਜ਼ ਨੋਨ ਐਜ਼ ਪੋਲ, ਜਿਹੜਾ ਮਿਡ ਪੁਆਇੰਟ 'ਤੇ ਹੈ, ਸੈਂਟਰ ਆਫ ਦਾ ਸਰਫੇਸ। ਠੀਕ ਹੈ ਜੀ। ਅੱਗੇ ਹੈ ਅਪੈਰਚਰ। ਅਪੈਰਚਰ ਕੀ ਹੁੰਦਾ, ਸਿੰਪਲ ਇਫੈਕਟਿਵ ਡਾਇਆਮੀਟਰ ਹੁੰਦਾ, ਇਫੈਕਟਿਵ ਡਾਇਆਮੀਟਰ ਹੁੰਦਾ। ਅਤੇ ਇਹਦੇ ਨਾ ਕੁਛ ਸਾਈਨ ਕਨਵੈਨਸ਼ਨਸ ਪੜ੍ਹ ਲਓ ਜਿਹੜੀਆਂ ਇੰਪੋਰਟੈਂਟ ਨੇ। ਸਭ ਤੋਂ ਪਹਿਲੀ ਗੱਲ, ਸਾਰੀਆਂ ਡਿਸਟੈਂਸਿਸ ਜਿਵੇਂ ਆਪਾਂ ਨੇ ਫੋਕਲ ਲੈਂਥ ਫਾਈਂਡ ਆਊਟ ਕਰਨੀ ਹੋਵੇ, ਹੈ ਨਾ, ਉਹ ਕਿੱਥੋਂ ਮੇਜ਼ਰ ਕੀਤੀਆਂ ਜਾਣਗੀਆਂ, ਪੋਲ ਤੋਂ ਮੇਜ਼ਰ ਕੀਤੀਆਂ ਜਾਣਗੀਆਂ। ਪੋਲ ਕਿੱਥੇ ਹੈਗਾ, ਪ੍ਰਿੰਸੀਪਲ ਐਕਸਿਸ ਦੇ ਉੱਪਰ ਆ। डिस्टेंस मैजर्ड इन द डायरैक्शन ऑफ इंसिडेंट ऑफ लाइट आर टेकन एज पॉजिटिव। मतलब वो वाली डिस्टेंस, मतलब जी यू लिया करांगे आपां, है ना, ये स्फेरिकल रिफ्रैक्टिंग सर्फेसिस दे विच वो हमेशा ही पॉजिटिव लिया करांगे। तो जी डिस्टेंस इन द डायरैक्शन अपोजिट टू द इंसिडेंट लाइट होया करूगी, जी मेरे रिफ्रैक्ट बोलदा करांगे वी, वो नैगेटिव लिया करांगे। यू पॉजिटिव एंड वी नैगेटिव। ओके जी। द डिस्टेंस मैजर्ड इन द ट्रांसवर्स डायरैक्शन above the principal axis are taken as positive। ਜਿਹੜਾ above the principal axis ਇਹਨੂੰ positive ਲਿਆ ਕਰਾਂਗੇ, below the principal axis ਕੀ ਲਿਆ ਕਰਾਂਗੇ, negative। ਅੱਗੇ ਆ ਗਏ ਆਪਣੇ ਕੋਲ assumptions। ਇਹਨਾਂ ਨੂੰ ਕਿੱਥੇ ਕਿੱਥੇ ਯੂਜ਼ ਕੀਤਾ ਜਾਂਦਾ, ਇਹਨਾਂ ਨੂੰ spherical refracting surfaces ਨੂੰ ਆਪਾਂ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ। The object consists only of a point lying on the principal axis of the spherical refracting surfaces। मतलब ਜਦੋਂ ਕੋਈ ਆਬਜੈਕਟ ਕਿਹਦੇ ਨਾਲ ਕੰਸਿਸਟ ਹੋਊਗਾ, ਪੁਆਇੰਟ ਨਾਲ, ਅਤੇ ਪੁਆਇੰਟ ਕਿੱਥੇ ਲਾਈ ਕਰਦਾ, ਉਹ ਪ੍ਰਿੰਸੀਪਲ ਐਕਸਿਸ ਦੇ ਉੱਪਰ, ਉਦੋਂ ਫਾਈਂਡ ਆਊਟ ਕਰ ਸਕਦੇ ਹਾਂ। ਜਾਂ ਜਿਹੜਾ ਅਪੈਰਚਰ ਹੁੰਦਾ ਨਾ ਸਫੈਰੀਕਲ ਰਿਫਰੈਕਟਿੰਗ ਸਰਫੇਸ ਦਾ, ਬਹੁਤ ਸਮੋਲ ਹੁੰਦਾ, ਅਤੇ ਇਹਦੇ ਵਿੱਚ ਜਿਹੜੀ ਇੰਸੀਡੈਂਟ ਐਂਡ ਰਿਫਰੈਕਟਡ ਰੇ ਹੁੰਦੀ ਆ ਉਹ ਸਮੋਲ ਐਂਗਲ ਬਣਾਉਂਦੀ ਹੈ ਵਿਦ ਦਾ ਪ੍ਰਿੰਸੀਪਲ ਐਕਸਿਸ ਆਫ ਦਾ ਸਰਫੇਸਿਸ। ਸਾਈਨ ਆਈ ਨੂੰ ਆਪਾਂ ਸਿੰਪਲ ਆਈ ਕਹਿ ਦਿੰਦੇ ਹਾਂ, ਸਾਈਨ ਆਰ ਨੂੰ ਸਿੰਪਲ ਆਪਾਂ ਆਰ बोल दें। बस ये याद रखने वाली एक ही गल है भी ये दो तरह का होंगे, कन्वेक्स एंड कनकेव। तो ये शेप याद रखियो,
ਰੇਅਰ ਮੀਡੀਅਮ ਦੇ ਵੱਲ ਹੀ ਇਹ ਰਿਫਰੈਕਟ ਹੋਊਗਾ, ਠੀਕ ਹੈ ਨਾ, ਰੇਅਰ ਮੀਡੀਅਮ ਦੇ ਵੱਲ ਹੀ। ਤੇ ਪੋਲ ਤੁਹਾਨੂੰ ਪਤਾ ਹੀ ਲੱਗ ਗਿਆ, ਸੈਂਟਰ ਆਫ ਦਾ ਰਿਫਰੈਕਟਿੰਗ ਸਰਫੇਸ ਇਜ਼ ਸੈਂਟਰ ਆਫ ਕਰਵੇਚਰ ਹੋ ਗਿਆ, ਠੀਕ ਹੈ। ਆ ਅਸੰਪਸ਼ਨਸ ਵੀ ਯੂ ਦੀ ਵੈਲਿਊ ਪੋਜ਼ਿਟਿਵ ਤੇ ਵੀ ਦੀ ਵੈਲਿਊ ਨੈਗੇਟਿਵ, ਇੱਕ ਹੀ ਗੱਲ ਯਾਦ ਰੱਖਿਓ, ਠੀਕ ਹੈ। ਹਾਂਜੀ, ਉਸ ਤੋਂ ਬਾਅਦ ਆਪਾਂ ਕਰਦੇ ਹਾਂ ਲੈਂਜਿਸ। ਲੈਂਜਿਸ ਕੀ ਹੁੰਦੇ ਆ? A lens is a portion of transparent refracting medium. A lens is a portion of a transparent ਇੱਕ ਗੱਲ ਯਾਦ ਰੱਖਿਓ, ਜਿਹੜੇ ਮਿਰਰ ਹੁੰਦੇ ਆ ਨਾ, ਮਿਰਰ ਵੀ ਆਪਾਂ ਯੂਜ਼ ਕਰਦੇ ਆ, ਕਨਵੈਕਸ ਐਂਡ ਕਨਕੇਵ, ਉਹ ਰਿਫਲੈਕਟ ਹੁੰਦੇ ਆ, ਐਂਡ ਲੈਂਜਿਸ ਕੀ ਹੁੰਦੇ ਆ? ਰਿਫਰੈਕਟ। A lens is a portion of a transparent refracting medium bound by two refracting surfaces out of which at least one is curved। मतलब दो रिफ्रैक्टिंग सर्फेसिस होणगियां जिन्हां विचों एक कर्वड ਤਾਂ ਹੋਣੀ ਚਾਹੀਦੀ ਆ। देखो मैं ਤੁਹਾਨੂੰ ਦੱਸਦੀ ਹਾਂ ਕਿਵੇਂ। ਇਹ ਲੈਂਜਸ ਨੂੰ ਨਾ ਦੋ ਦੇ ਵਿੱਚ ਵੰਡਿਆ ਗਿਆ, डिवाइड किया गया, कन्वेक्स मतलब कन्वर्जिंग एंड कनकेव मतलब कि डायवर्जिंग। कन्वर्जिंग मतलब एक्सपैंड होना, काफ़ी सारे पॉइंट्स बनने, डायवर्ज एक पॉइंट ते ही इकट्ठे हो जाना, एवें कॉन्ट्रैक्ट हो जाना, उन्होंने पर डायवर्ज मतलब कन्वेक्स मीनस कई बार क्वेश्चन आ जाता भी कन्वेक्स नूं और अदर नेम की बोलते हैं कन्वर्जिंग एंड कनकेव नूं की बोलते हैं डायवर्जिंग। नैक्सट अगे आ गया कन्वेक्स। कन्वेक्स अगे 3 टाइप्स का होंगे, किहड़ा किहड़ा? डबल कन्वेक्स लेंस, प्लैनो कन्वेक्स लेंस एंड कनकेवो कन्वेक्स लेंस। आ स्ट्रक्चर्स ने देखो, डबल कन्वेक्स लेंस, आ डबल कन्वेक्स लेंस आ जिहदियां दो सरफेसिस हो गई, प्लेनो आ एक सरफेस होगी ना, आ प्लेनो, तो ये हो गया अपने को प्लेनो कन्वेक्स लेंस एंड कनकेवो कन्वेक्स, नाले तो कनकेव हो नाले कन्वेक्स हो, तो अपने को आ की हो गया? कन्वेक्स एंड कनकेव, कन्वेक्स एंड कनकेव, दैन एक ही हो गया कनकेवो कन्वेक्स। तो ठीक है जी। तो दूसरी गल आ गई कनकेव की। कनकेव की गल आई, ये भी 3 तरह का होंगे, डबल कनकेव लेंस, देखो डबल कनकेव लेंस, प्लेनो, प्लेनो हो गया, प्लेनो है ना, कनकेव लेंस एंड ये भी 2 तरह का हो गया, कन्वेक्स एंड कनकेव। समझ गए जी? ये चीज़ा ने गया। हुण ये सिंपल पॉइंट समझ लो, इंपॉर्टेंट टर्म्स जिहड़ियां जरूरी ने गियां, वो किहड़ियां पॉइंट्स ने गे? प्रिंसीपल एक्सिस। प्रिंसीपल एक्सिस तुहानूं पता ही है भी आह जिहड़ी स्ट्रेट लाइन आपां बनाने आ ना पासिंग थ्रू द लेंस, उन्होंने आप बोलते हैं प्रिंसीपल एक्सिस। मतलब ये सेंटर, वन इज सेंटर C1 हो गया, अनदर वन इज C2 हो गया, है ना। तो C1 C2 रिप्रजेंट द प्रिंसीपल एक्सिस, तो ये टोटल हो गई प्रिंसीपल एक्सिस। C1 तो C2 हो रही है, C2 तो C1 लै सकते हो। एक होंदा ना ये लैंजिस दे विच ऑप्टिकल सेंटर। ऑप्टिकल सेंटर पता किहड़ा हुंदा? इट इज़ अ पॉइंट लाइंग ऑन द प्रिंसीपल एक्सिस। एक पॉइंट ही हुंदा जिहड़ा किते लाई करदा हैगा, आ वाला जिहड़ा किते लाई करदा हैगा प्रिंसीपल एक्सिस के उपर। देखो आ सारी प्रिंसीपल एक्सिस है, यह सेंटर दे विच मतलब लैंज के सेंटर के जिहड़ा पॉइंट होगा उन्होंने ऑप्टिकल सेंटर बोलते हैं, ठीक है। तो यदा मतलब की है, देखो सो दैट अ रे ऑफ लाइट हुज रिफ्रैक्टेड पाथ पासिस थ्रू दिस पॉइंट विल हैव इट्स इमरजेंट पाथ, मतलब इत्थों पास हुई इमर्ज होगी, है ना, पैरेलल टू डायरेक्शन ऑफ द इंसिडेंट रे। देखो पैरेलल ही है ना इंसिडेंट रे। दिस रे विल सफर ओनली सम लेटरल डिस्प्लेसमेंट, कुछ डिस्प्लेसमेंट अकर करती है बस। एक ये ना मतलब आ तुहानूं दस्सिया सी इमरजेंट रे किहड़ी हुंदी है, आपां नूं उसदे विच कीता सी ना रिफ्रैक्टिंग सर्फेस फ्रॉम द ग्लास प्लेट, उत्थों मैं करवाया सी तुहानूं ये चीज़। तो आ चीज़ याद रखा करो, CP1 अपॉन C2 P2 इज इक्वल टू P1 C1 अपॉन P2 C2 इज इक्वल टू R1 बाई R2। देखो ये कितों आया CP1, आ मान लो अपने को पोल आ गया, है ना, पोल CP1 एंड CP1 आ गया, दो पोल आ गए, ये सिंपल तुसीं याद रखना दा फॉर्म आएगी CP1 एंड CP2। तो फिर उस तो बाद की सीगा एक P1 C2। P1 की है पोल ने, दोनों पोल्स ने गे, एंड C की ने सेंटर्स ने, एक दे कोल आणगे रेडियस दे कोल आणगे, ये गल याद रखियो। एक उस तो बाद आ गया प्रिंसीपल फोकस। प्रिंसीपल फोकस की है? प्रिंसीपल दिस इज नोन एज प्रिंसीपल फोकस, जिसके ऊपर सारिया रेज ऑफ लाइट आके मीट कर दी ने, उन्होंने बोलते प्रिंसीपल फोकस। जिमें आ CF हो गया, आ सेंटर हो गया ना, CF इनू बोलते हैं फोकल लेंथ।
ਅਪੈਰਚਰ ਤੁਹਾਨੂੰ ਪਤਾ ਹੀ ਹੈ ਡਾਇਆਮੀਟਰ ਹੁੰਦਾ ਹੈ ਨਾ, ਡਾਇਆਮੀਟਰ ਹੋ ਗਿਆ। ਉਸ ਤੋਂ ਬਾਅਦ ਆ ਗਿਆ ਲੈਂਜ ਮੇਕਰ ਫਾਰਮੂਲਾਜ਼ ਦੀਆਂ ਕੁਝ, ਔਰ ਲੈਂਜ ਮੇਕਰ ਫਾਰਮੂਲਾ ਫॉर ਕਨਵੈਕਸ ਲੈਂਜ ਕਰਾਂਗੇ, ਫॉर ਕਨਕੇਵ ਲੈਂਜ ਕਰਾਂਗੇ। ਹਾਂਜੀ ਹੁਣ ਦੇਖੋ ਕਨਵੈਕਸ ਲੈਂਜ ਦਾ ਮੈਂ ਕਰਵਾਉਣ ਜਾ ਰਹੀ ਹਾਂ ਅਤੇ ਕਨਕੇਵ ਦਾ ਤੁਸੀਂ ਖੁਦ ਕਰਨਾ ਹੈ। ਕੀ ਹੈ ਕਹਿੰਦੇ ਲੈਂਜ ਮੇਕਰ ਫਾਰਮੂਲਾ ਇਜ਼ ਰਿਲੇਸ਼ਨ ਦੈਟ ਕਨੈਕਟਸ ਫੋਕਲ ਲੈਂਥ ਆਫ ਦ ਲੈਂਜ ਟੂ ਦ ਰੇਡੀਅਸ ਆਫ ਕਰਵੇਚਰ ਆਫ ਟੂ ਸਰਫੇਸਿਸ। ਆ ਯਾਦ ਰੱਖਿਓ ਵੀ ਇਹ ਕਨੈਕਟ ਕਰਦਾ ਫੋਕਲ ਲੈਂਥ ਆਫ ਦ ਲੈਂਜ ਟੂ ਦ ਰੇਡੀਅਸ ਆਫ ਦ ਕਰਵੇਚਰ। ਓਕੇ, ਅਤੇ ਕਿਹਦੇ ਲਈ ਜ਼ਰੂਰੀ ਹੈ ਇਹ ਫਾਰਮੂਲਾ? ਇਸ ਇਨ ਡਿਜ਼ਾਈਨਿੰਗ ਲੈਂਜਿਸ ਨੂੰ ਡਿਜ਼ਾਈਨ ਕਰਨ ਦੇ ਲਈ ਆਫ ਡਿਜ਼ਾਇਰਡ ਫੋਕਲ ਲੈਂਥ। ਮਤਲਬ ਫੋਕਲ ਲੈਂਥ ਜਿੰਨੀ ਆਪਾਂ ਨੂੰ ਚਾਹੀਦੀ ਹੁੰਦੀ ਉਨੀ ਆਪਾਂ ਰੱਖ ਕੇ ਉਹਨੂੰ ਡਿਜ਼ਾਈਨ ਕਰਨ ਦੇ ਲਈ ਇਹ ਲੈਂਜ ਮੇਕਰ ਫਾਰਮੂਲਾ ਬਣਾਇਆ ਜਾਂਦਾ। ਇਹਦੀਆਂ ਕੁਝ ਸਾਈਨ ਕਨਵੈਨਸ਼ਨ ਨੇ ਜਿਹੜੇ ਯਾਦ ਰੱਖਣੇ ਨੇ। ਸਭ ਤੋਂ ਪਹਿਲੀ ਗੱਲ, ਜਿਵੇਂ ਉਹਦੇ ਵਿੱਚ ਆਪਾਂ ਸਾਰੀਆਂ ਡਿਸਟੈਂਸਿਸ ਕਿਤੋਂ ਮੇਜ਼ਰ ਕਰ ਦਿੰਦੇ ਸੀਗੇ, ਸਿੰਪਲ ਆਪਾਂ ਜਿਹੜਾ ਆਪਾਂ ਹੁਣੇ ਪਿੱਛੋਂ ਕਰਕੇ ਚੁੱਕੇ ਹਾਂ ਉਹ ਆਪਾਂ ਕਰ ਦਿੰਦੇ ਸੀਗੇ ਪੋਲ ਤੋਂ। ਅਤੇ ਇਹਦੇ ਵਿੱਚ ਜਿਹੜੀਆਂ ਡਿਸਟੈਂਸਿਸ ਮੇਜ਼ਰ ਕਰਾਂਗੇ ਉਹ ਆਪਾਂ ਆਪਟੀਕਲ ਸੈਂਟਰ ਤੋਂ ਕਰਾਂਗੇ। ਅਤੇ ਦੂਸਰੀ ਗੱਲ, ਜਿਹੜੀਆਂ ਸਾਰੀਆਂ ਡਿਸਟੈਂਸਿਸ ਮੈਟਰਡ ਇਨ ਡਾਇਰੈਕਸ਼ਨ ਆਫ ਇੰਸੀਡੈਂਟ ਰੇ ਉਹ ਤਾਂ ਪੋਜ਼ੀਟਿਵ, ਉਹਦੇ ਵਿੱਚ ਵੀ ਆਈ ਸੀ। ਜਿਹੜੀਆਂ ਅਪੋਜ਼ਿਟ ਟੂ ਦਾ ਡਾਇਰੈਕਸ਼ਨ ਹੋਣਗੀਆਂ ਰਿਫਰੈਕਟਡ ਵਾਲੀਆਂ ਉਹ ਨੈਗੇਟਿਵ ਹੋਣਗੀਆਂ। ਇਹਦੇ ਵਿੱਚ ਕਨਵੈਕਸ ਲੈਂਜ ਦੇ ਲਈ ਜਿਹੜੀ ਫੋਕਲ ਲੈਂਥ ਹੋਊਗੀ ਪੋਜ਼ਿਟਿਵ ਆਉਣੀ ਚਾਹੀਦੀ ਹੈ, ਕਨਕੇਵ ਦੇ ਲਈ ਕੀ ਆਉਣੀ ਚਾਹੀਦੀ ਹੈ? ਨੈਗੇਟਿਵ। ਇਹ ਗੱਲ ਯਾਦ ਰੱਖਿਓ, ਕਨਵੈਕਸ ਦੇ ਲਈ ਫੋਕਲ ਲੈਂਥ ਪੋਜ਼ਿਟਿਵ ਐਂਡ ਕਨਕੇਵ ਦੇ ਲਈ ਨੈਗੇਟਿਵ। ਅਜ਼ੰਪਸ਼ਨਸ ਕਿੱਥੇ ਕਿੱਥੇ ਯੂਜ਼ ਕੀਤਾ ਜਾਂਦਾ? ਸਭ ਤੋਂ ਪਹਿਲੀ ਗੱਲ, ਇਹ ਲੈਂਜ ਥਿਨ ਹੁੰਦਾ, ਦ ਲੈਂਜ ਇਜ਼ ਥਿਨ ਐਂਡ ਸੋ ਦੈਟ distance is measured from the pole of its surfaces can be taken as equal to distances from the optical center of the lens। ਮਤਲਬ ਪੋਲ ਦੀ ਜਿਹੜੀ ਡਿਸਟੈਂਸ ਆ ਐਂਡ ਆਪਟੀਕਲ ਸੈਂਟਰ ਦੀ ਇਕੁਅਲ ਹੋਣੀ ਹੈ। ਇਹਦੇ ਵਿੱਚ ਵੀ ਅਪੈਰਚਰ ਸਮਾਲ ਹੁੰਦਾ। ਇਹਦੇ ਵਿੱਚ ਜਿਹੜੇ ਆਬਜੈਕਟ ਆਪਾਂ ਰੱਖਦੇ ਹਾਂ ਨਾ ਉਹ ਪੁਆਇੰਟ ਲਾਈਨ ਦੀ ਹੁੰਦੇ ਆ, ਮਤਲਬ ਬਹੁਤ ਸਮਾਲ ਹੁੰਦੇ ਆ। ਅਤੇ ਇਹਦੇ ਵਿੱਚ ਜਿਹੜੀ ਇੰਸੀਡੈਂਟ ਅਤੇ ਰਿਫਰੈਕਟਡ ਰੇਜ਼ ਨੇਗੀਆਂ ਉਹ ਸਮਾਲ ਐਂਗਲ ਬਣਾਉਂਦੇ ਨੇ। ਕੁਛ ਅਜ਼ੰਪਸ਼ਨਸ ਤਾਂ ਉਹਦੇ ਨਾਲ ਦੀਆਂ ਹੀ ਨੇ। ਤਾਂ ਦੇਖੋ ਆਹ ਕਨਵੈਕਸ ਲੈਂਜ, ਠੀਕ ਹੈ, ਆਪਾਂ ਨੇ ਇੰਸੀਡੈਂਟ ਰੇ ਪਾਈ ਆ, ਦੇਖੋ ਇੰਸੀਡੈਂਟ ਰੇ ਪਾਈ, ਦੈਨ ਉਹ ਕੀ ਆ ਗਈ? ਰਿਫਰੈਕਟ ਹੋਈ ਬੀ ਪੁਆਇੰਟ ਤੋਂ, ਉਸ ਤੋਂ ਬਾਅਦ ਸਿੱਧੀ ਚਲੀ ਗਈ। ਆਹ ਇਮੇਜ ਬਣ ਗਈ ਆਪਣੇ ਕੋਲ ਇੱਥੇ। ਆਹ ਆਪਣੇ ਆਬਜੈਕਟ ਰੱਖਿਆ ਹੋਇਆ, ਦੈਨ ਇਹ ਰੇ ਪਈ, ਦੈਨ ਆਪਣੇ ਕੋਲ ਕੀ ਆ ਗਿਆ? ਇਮੇਜ ਬਣ ਗਈ ਆਈ ਪੁਆਇੰਟ। ਇੱਥੇ ਇਮੇਜ ਬਣ ਗਈ ਫॉर ਕਨਵੈਕਸ ਲੈਂਜ ਦੇ ਥਰੂ। ਇਸ ਤਰ੍ਹਾਂ ਰਿਫਰੈਕਸ਼ਨ ਹੋਈ ਇਹਦੀ, ਹੈ ਨਾ। ਦੈਨ ਆਪਾਂ ਨੇ ਲੈਂਜ ਮੇਕਰ ਫਾਰਮੂਲਾ ਬਣਾਉਣਾ, ਦੇਖੋ ਕਿਸ ਤਰ੍ਹਾਂ ਬਣਾਵਾਂਗੇ। ਹਾਂਜੀ, ਤੇ ਪਹਿਲੀ ਗੱਲ ਇਹ ਯਾਦ ਰੱਖੋ, CI1 ਇਜ਼ ਇਕੁਅਲ ਟੂ P1 I1 ਇਜ਼ ਇਕੁਅਲ ਟੂ V1 ਹੁੰਦਾ। ਕੀ ਹੈ ਆਪਣੇ ਕੋਲ? ਦੇਖੋ ਇੱਧਰ ਧਿਆਨ ਨਾਲ ਡਾਇਗਰਾਮ ਦੇਖੋ, CI1 ਐਂਡ P1 I1 ਕਿਹਦੇ ਇਕੁਅਲ ਆ? V1 ਦੇ ਇਕੁਅਲ ਆ, ਕਿਉਂਕਿ ਆਹ ਵਾਲਾ ਜਿਹੜਾ ਪਾਰਟ ਆ ਨਾ, ਆਹ ਵਾਲਾ ਜਿਹੜਾ ਪਾਰਟ ਆ ਤੁਸੀਂ ਰਿਫਰੈਕਸ਼ਨ ਦਾ ਮੰਨਣਾ। ਇੱਧਰ ਵੈਲੋਸਿਟੀ V ਆਊਗੀ, ਯਾਦ ਰੱਖਿਓ, ਇੱਧਰ ਵੈਲੋਸਿਟੀ U ਹੋਊਗੀ ਅਤੇ ਇੱਧਰ ਵੈਲੋਸਿਟੀ ਕੀ ਹੋਊਗੀ? V। ਤਾਂ ਆਪਾਂ ਇਹ ਮੰਨ ਲਿਆ ਵੀ P1 I1 ਅਤੇ CI1 ਇਹਦੀ ਵੈਲਿਊ ਕੀ ਆ? V1। ਹੁਣ ਤੁਸੀਂ ਰੇਡੀਅਸ ਵੀ ਲਾ ਲਓ। ਰੇਡੀਅਸ ਕੀ ਹੈ? ਦੇਖੋ ਰੇਡੀਅਸ ਕੀ ਹੈ? CC1, ਸਿੰਪਲ CC1 ਆਹ ਵਾਲਾ ਰੇਡੀਅਸ ਹੁੰਦਾ CC1, ਜਾਂ ਫਿਰ P1C1 ਆਹ ਵਾਲਾ, ਇਹਦੀ ਵੈਲਿਊ ਕੀ ਆ? R1 ਹੈ। ਉਸ ਤੋਂ ਬਾਅਦ ਆ ਗਿਆ CO। ਹੁਣ ਆ ਗਿਆ ਆਪਣੇ ਕੋਲ ਆਬਜੈਕਟ ਵਾਲੀ ਸਾਈਡ, O ਮੀਨਸ ਆਬਜੈਕਟ ਵਾਲੀ, ਮਤਲਬ ਆਹ ਵਾਲੀ ਚੀਜ਼ CO ਐਂਡ P1O, ਇਹ ਕੀ ਹੋਊਗਾ? U। ਆ ਹੋ ਗਿਆ V, ਆ ਆਪਣੇ ਕੋਲ ਆਹ ਵਾਲੀ ਆ ਗਈ, ਆਪਣੇ ਕੋਲ R ਆ ਗਈ U। ਪਤਾ ਲੱਗ ਗਿਆ? ਤਾਂ ਆਪਣੇ ਕੋਲ ਫਰੋਮ 16th, ਮਤਲਬ ਆਪਣੇ ਕੋਲ ਇੱਕ ਫਾਰਮੂਲਾ ਗਾ, ਇਹਦੇ ਨਾਲ ਆਪਾਂ ਨੇ ਡੈਰੀਵੇਸ਼ਨ ਨਹੀਂ ਕਰਨੀ, ਸਿੰਪਲ ਤੁਸੀਂ ਯਾਦ ਕਰਨਾ ਇੱਕ। ਹਾਂਜੀ, ਆਹ ਵਾਲਾ ਫਾਰਮੂਲਾ ਯਾਦ ਰੱਖਣਾ, ਰਿਫਰੈਕਸ਼ਨ ਫਰੋਮ ਰੇਅਰ ਟੂ ਡੈਂਸਰ ਮੀਡੀਅਮ। ਇਹਦਾ ਸਿੰਪਲ ਫਾਰਮੂਲਾ ਯਾਦ ਰੱਖਣਾ, -μ1/u plus μ2/v ਇਜ਼ ਇਕੁਅਲ ਟੂ μ2 minus μ1/r। ਤਾਂ ਦੇਖੋ ਲਿਖਿਆ ਹੋਇਆ μ1/-u ਪਲੱਸ, ਕਿਉਂਕਿ ਮਾਈਨਸ ਤਾਂ ਹੈਗੀ ਹੋਈ ਸੀਗੀ, μ2/v1 ਇਜ਼ ਇਕੁਅਲ ਟੂ μ2 minus μ1/r1 ਲਿਆ ਨਾ ਆਪਾਂ ਨੇ, u1 ਲਿਆ, v1 ਲਿਆ ਅਤੇ u ਲਿਆ, ਸਿੰਪਲ u ਲਿਆ, u ਲਿਖ ਲਿਆ, v1 ਲਿਖ ਲਿਆ, r1 ਲਿਖ ਲਿਆ। ਆਪਾਂ ਨੂੰ ਪਤਾ ਐਕਚੁਅਲੀ ਜਿਹੜਾ ਲੈਂਜ ਮਟੀਰੀਅਲ ਹੈ ਉਹ ਕੰਟੀਨਿਊਸ ਨਹੀਂ ਹੈਗਾ, ਤਾਂ ਦੇਅਰਫੋਰ ਦਾ ਰਿਫਰੈਕਟਡ ਰੇ AB ਸਫਰਸ ਫਰਦਰ ਰਿਫਰੈਕਸ਼ਨ ਐਟ B। ਪਹਿਲਾਂ ਉਹਨੇ ਰਿਫਰੈਕਸ਼ਨ ਕੀਤੀ B 'ਤੇ, ਕਿਉਂਕਿ ਕੰਟੀਨਿਊਸ ਨਹੀਂ ਹੈਗਾ। ਜਦੋਂ ਕੰਟੀਨਿਊਸ ਨਹੀਂ B 'ਤੇ, ਫਿਰ ਇਮਰਜ ਕਰ ਗਿਆ B ਤੋਂ I, ਇਮਰਜ ਕਰ ਗਿਆ, ਤਾਂ ਮੀਟਿੰਗ ਐਕਚੁਅਲੀ ਦਾ ਪ੍ਰਿੰਸੀਪਲ ਐਕਸਿਸ I ਹੋ ਗਿਆ। ਤਾਂ ਆਪਣੇ ਕੋਲ ਜਿਹੜੀ ਰੀਅਲ ਇਮੇਜ ਬਣ ਗਈ ਉਹ I ਬਣ ਗਈ, ਕਿਹਦੇ 'ਤੇ? O 'ਤੇ। ਉਸ ਤੋਂ ਬਾਅਦ
ਹੁਣ ਆਪਣੇ ਕੋਲ ਯੂ ਦੀ ਵੈਲਿਊ ਆਪਾਂ ਨੂੰ ਪਤਾ ਹੈ ਆ ਹੁੰਦੀ ਹੈ, ਦੈਨ V1 ਆਪਾਂ ਨੂੰ ਆ ਸਾਰਾ ਕੁਝ ਪਤਾ ਹੈ। ਫਿਰ ਤੋਂ ਤੁਸੀਂ ਇਹਦੇ ਵਿੱਚ ਵੈਲਿਊ ਪੁੱਟ ਕਰ ਦੋਗੇ। ਜਦੋਂ ਇਹਦੇ ਵਿੱਚ ਵੈਲਿਊ ਪੁੱਟ ਕਰੋਗੇ ਦੈਨ ਤੁਹਾਡੇ ਕੋਲ ਐਡਿੰਗ ਕਰ ਦਿਓ, ਜਿਹੜੀ 22 ਬਣ ਗਈ, ਇੱਕ ਤਾਂ ਆ ਬਣ ਗਈ ਆਪਣੇ ਕੋਲ। ਪਹਿਲਾਂ ਤਾਂ ਰੇਅਰ ਟੂ ਡੈਂਸਰ ਬਣਾਇਆ, ਹੁਣ ਡੈਂਸਰ ਟੂ ਰੇਅਰ ਬਣਾ ਦਿਓ। ਜਦੋਂ ਡੈਂਸਰ ਟੂ ਰੇਅਰ ਬਣਾਓਗੇ ਦੈਨ ਤੁਹਾਡੇ ਕੋਲ 22 23 ਨੂੰ ਦੋਨਾਂ ਨੂੰ ਐਡ ਕਰ ਦੋਗੇ, ਦੈਨ ਆਪਣੇ ਕੋਲ ਸਿੰਪਲ ਫਾਰਮੂਲਾ ਆ ਜਾਣਾ ਆ ਵਾਲਾ। ਤਾਂ μ2 ਬਾਈ μ1 ਕੀ ਹੁੰਦਾ, ਰਿਫਰੈਕਟਿਵ ਇੰਡੈਕਸ ਹੁੰਦਾ, ਸਿੰਪਲ μ ਲਿਖ ਸਕਦੇ ਹਾਂ। ਉਹਦੀ ਵੈਲਿਊ ਲਿਖਤੀ μ1, ਦੈਨ ਆਪਣੇ ਕੋਲ ਕੀ ਆਇਆ 1 ਬਾਈ ਵੈਨ ਆਬਜੈਕਟ ਔਨ ਦ ਲੈਫਟ ਆਫ ਦ ਲੈਂਜ ਇਜ਼ ਇਨਫਿਨਿਟੀ, ਜੇ ਇਨਫਿਨਿਟੀ 'ਤੇ ਹੋਵੇ ਤਾਂ ਇਮੇਜ ਫੋਰਮਡ ਐਟ ਦ ਪ੍ਰਿੰਸੀਪਲ ਫੋਕਸ। ਇਹ ਆਪਣੀ ਕੀਤੀਆਂ ਹੋਈਆਂ ਨੇ 10th ਦੇ ਵਿੱਚ ਕੀਤਾ ਹੋਇਆ ਨਾ, ਵੀ ਜੇ ਆਪਣੇ ਕੋਲ ਜਿਹੜਾ ਲੈਂਜ ਆ ਉਹ ਇਨਫਿਨਿਟੀ 'ਤੇ ਪਿਆ ਹੋਵੇ, ਆਬਜੈਕਟ ਜਿਹੜਾ ਹੈਗਾ ਆਪਣੇ ਕੋਲ ਇਨਫਿਨਿਟੀ 'ਤੇ ਪਿਆ ਹੋਵੇ, ਦੈਨ ਆਪਣੇ ਕੋਲ ਜਿਹੜੀ ਇਮੇਜ ਬਣੂਗੀ ਪ੍ਰਿੰਸੀਪਲ ਫੋਕਸ 'ਤੇ ਬਣੂਗੀ। U ਇਜ਼ ਇਕੁਅਲ ਟੂ ਇਨਫਿਨਿਟੀ ਐਂਡ V ਇਜ਼ ਇਕੁਅਲ ਟੂ F। V ਦੀ ਵੈਲਿਊ ਪੁੱਟ ਕਰਤੀ, ਇਹਦੀ ਵੈਲਿਊ ਪੁੱਟ ਕਰਤੀ, ਦੈਨ ਆਪਣੇ ਕੋਲ ਆਨਸਰ ਆ ਗਿਆ। ਇਹ ਯਾਦ ਰੱਖਣਾ ਤੁਸੀਂ, ਬਸ ਆਹ ਦੋ ਇਕੁਏਸ਼ਨਸ ਬਣ ਜਾਣਗੀਆਂ ਨਾ, ਜਦੋਂ ਤੁਹਾਡੀਆਂ ਰੇਅਰ ਟੂ ਡੈਂਸਰ ਮੈਂ ਤੁਹਾਨੂੰ ਦੱਸਦੀ ਐਂਡ ਡੈਂਸਰ ਟੂ ਰੇਅਰ ਬਣ ਜੂਗੀ, ਦੈਨ ਤੁਹਾਡੇ ਕੋਲ ਆਨਸਰ ਆ ਜਾਣਾ। ਅਤੇ ਉਸ ਤੋਂ ਬਾਅਦ ਇਹ ਤਾਂ ਹੋ ਗਿਆ ਸੀ ਕਨਵੈਕਸ ਵਾਲਾ, ਅਤੇ ਤੁਸੀਂ ਕਨਕੇਵ ਵਾਲਾ ਖੁਦ ਤੋਂ ਕਰਨਾ। ਆਹ ਵਾਲਾ ਕਨਕੇਵ ਵਾਲਾ ਤੁਸੀਂ ਖੁਦ ਤੋਂ ਕਰਨਾ ਹੈ। ਅਗਰ ਫਿਰ ਵੀ ਕੋਈ ਪ੍ਰੋਬਲਮ ਆਈ ਦੈਨ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ।